ਜਿਹੜਾ ਮਰਜ਼ੀ ਖਰੀਦੇ, ਜਿਹੜਾ ਮਰਜ਼ੀ ਸਟੋਰ ਕਰੇ, ਕਿਸਾਨ ਨੂੰ ਉਹਦੀ ਲਾਗਤ ਮਿਲਣੀ ਚਾਹੀਦੀ ਹੈ। ਆਖਰੀ ਮੁਲਾਕਾਤ ਤੋਂ ਬਾਅਦ ਸਰਕਾਰ ਨੇ ਕਹਿ ਦਿੱਤਾ ਕਿ ਅਸੀਂ ਤੁਹਾਡੇ ਨਾਲ ਕੋਈ ਗੱਲ ਨਹੀਂ ਕਰਨੀ, ਤਦ ਕਰਾਂਗੇ ਜੇਕਰ ਤੁਸੀਂ ਸਾਡੀ ਜਿਹੜੀ ਆ ਮੰਗ ਜਿਹੜੀ ਆ ਉਹ ਮੰਨ ਲਓਗੇ। ਇਹ ਬਿਲਕੁਲ ਇੱਕ ਉਲਟੀ ਗੱਲ ਸੀ। ਚਾਹੇ ਉਹ ਤੋਮਰ ਸਾਹਿਬ ਸੀ, ਚਾਹੇ ਅਮਿਤ ਸ਼ਾਹ ਨਾਲ ਇੱਕ ਮੁਲਾਕਾਤ ਸੀ, ਚਾਹੇ ਉਹ ਪਿਊਸ਼ ਗੋਇਲ ਸੀ, ਚਾਹੇ ਉਹ ਸੋਮ ਪ੍ਰਕਾਸ਼ ਸੀ, ਤੇ ਚਾਹੇ ਉਹਨਾਂ ਦੇ ਸੈਕਟਰੀ ਅੰਡਰ ਸੈਕਟਰੀ IAS ਆਫੀਸਰ ਸੀ, ਉਹ ਸਾਰੇ ਹੀ ਕਹਿੰਦੇ ਸੀ ਕਿ ਤੁਹਾਡੀਆਂ ਸਾਰੀਆਂ ਗੱਲਾਂ ਠੀਕ ਨੇ, ਪਰ ਸਾਡੀ ਇੱਜ਼ਤ ਜਿਹੜੀ ਆ ਰੱਖ ਲਓ, ਇਸ ਖਾਲੀ ਡੱਬੇ ਨੂੰ ਰਹਿਣ ਦਿਓ, ਵਿੱਚੋਂ ਸਾਰਾ ਕੁਝ ਹੀ ਉਹ ਕੱਢ ਦਿੰਦੇ ਆ। ਕਿਸਾਨਾਂ ਨੇ ਵੀ ਉੱਥੋਂ ਨਿਰਾਸ਼ ਹੋ ਕੇ ਜਿਹੜੀ ਸੀ ਆਪਣੀ ਜੀਵਨ ਲੀਲਾ ਖਤਮ ਕੀਤੀ, ਤੇ ਉੱਥੋਂ ਫਿਰ ਕਿਸਾਨ ਅੰਦੋਲਨ ਦੇ ਆਗੂਆਂ ਨੂੰ ਵੀ ਇਹ ਗੱਲ ਕਹਿਣੀ ਪਈ ਕਿ ਸਾਨੂੰ ਇਦਾਂ ਨਿਰਾਸ਼ ਨਹੀਂ ਹੋਣਾ ਚਾਹੀਦਾ, ਅਸੀਂ ਚੜ੍ਹਦੀ ਕਲਾ ਦੇ ਲੋਕ ਹਾਂ ਤੇ ਅਸੀਂ ਇੱਕ ਸੰਘਰਸ਼ ਵੱਲ ਹਾਂ, ਤੇ ਸੰਘਰਸ਼ ਸਾਨੂੰ ਕਦੀ ਵੀ ਮੌਤ ਦਾ ਰਸਤਾ ਜਿਹੜਾ ਆ ਉਹ ਨਹੀਂ ਦਿਖਾਉਂਦਾ। ਲਖੀਮਪੁਰ ਖੀਰੀ ਵਾਲੀ ਘਟਨਾ ਨੇ ਵੀ BJP ਨੂੰ ਬਹੁਤ ਜ਼ਿਆਦਾ ਸ਼ਰਮਸਾਰ ਕੀਤਾ, ਤੇ ਇਸ ਅੰਦੋਲਨ ਨੂੰ ਇੱਕ ਵਾਰ ਫਿਰ ਪਹਿਲੀਆਂ ਸਫਾਂ ਦੇ ਵਿੱਚ ਲੈ ਕੇ ਆਉਣ ਵਾਲੀ ਉਹ ਘਟਨਾ ਜਿਹੜੀ ਬਣੀ। ਕਾਨੂੰਨ ਰੱਦ ਹੋਣੇ ਚਾਹੀਦੇ ਨੇ, ਤੇ ਕੈਬਨਿਟ ਦੇ ਵਿੱਚ ਇਹ ਵੀ ਗੱਲ ਕਹੀ ਗਈ ਆ ਕਿ ਇੱਕ ਕਮੇਟੀ ਜਿਹੜੀ ਆ ਬਣਾ ਦਿੱਤੀ ਜਾਵੇਗੀ, ਜਿਹਦੇ ਵਿੱਚ ਕਿਸਾਨਾਂ ਦੇ ਆਗੂ ਵੀ ਸ਼ਾਮਲ ਹੋਣਗੇ, ਜਿਹੜੀ MSP ਦੇ ਉੱਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਫੈਸਲਾ ਕਰ ਸਕੇਗੀ। ਏਕਤਾ ਦੀ ਜਿੱਤ ਹੁੰਦੀ ਆ ਜਦੋਂ ਤੁਸੀਂ ਸਹੀ ਨਿਸ਼ਾਨੇ ਦੀ ਪ੍ਰਾਪਤੀ ਲਈ ਇਕੱਠੇ ਹੋ ਕੇ ਯਤਨ ਕਰਦੇ ਆ। ਜੇਕਰ ਅਸੀਂ ਸ਼ਾਂਤਮਈ ਰਹਾਂਗੇ ਤਾਂ ਅਸੀਂ ਜਿੱਤਾਂਗੇ, ਨਹੀਂ ਤਾਂ ਮੋਦੀ ਜਿੱਤੇਗਾ। ਕਿਸਾਨੀ ਅੰਦੋਲਨ ਨੂੰ 1 ਸਾਲ ਪੂਰਾ ਹੋ ਗਿਆ ਹੈ, ਤੇ ਜਿਹੜੇ ਸਾਡੇ ਮਜ਼ਦੂਰ, ਕਿਸਾਨ ਤੇ ਹੋਰ ਜਥੇਬੰਦੀਆਂ ਉਹ ਸਾਰੀਆਂ ਪੂਰੇ ਉਤਸ਼ਾਹ ਦੇ ਵਿੱਚ ਨੇ। ਇੱਕ ਪਾਸੇ ਤਾਂ ਖੇਤੀ ਕਾਨੂੰਨ ਰੱਦ ਹੋਣ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ, ਤੇ ਦੂਜੇ ਪਾਸੇ ਉਹ ਇਸ ਨੂੰ ਇੱਕ ਜਿੱਤ ਦੇ ਜਸ਼ਨ ਵਜੋਂ ਵੀ ਮਨਾ ਰਹੇ ਨੇ। ਕੀ ਕਹਿਣਾ ਚਾਹੋਗੇ? ਹਰਪ੍ਰੀਤ ਜੀ, 26 ਨਵੰਬਰ ਜਦੋਂ ਅਸੀਂ ਕਹਿੰਦੇ ਆ ਤੇ ਸਾਡੇ ਦਿਮਾਗ ਦੇ ਵਿੱਚ ਕਿਸਾਨ ਅੰਦੋਲਨ ਤੋਂ ਵੀ ਪਹਿਲਾਂ 26 ਨਵੰਬਰ 1950 ਦੀ ਗੱਲ ਵੀ ਆਉਂਦੀ ਜੀ। ਸੰਵਿਧਾਨ ਦਿਵਸ ਵੀ ਅਸੀਂ ਮਨਾਉਂਦੇ ਤੇ 26 ਨਵੰਬਰ ਜਾਂ 26/11 ਵੀ ਸਾਡੇ ਦਿਮਾਗ 'ਚ ਆਉਂਦਾ ਜਦੋਂ ਮੁੰਬਈ ਦੇ ਜਿਹੜੇ ਹਮਲੇ ਸੀ ਉਹ ਹੋਏ। ਬਿਲਕੁਲ। ਤੋ ਇਸ ਤਰੀਕੇ ਦੇ ਨਾਲ 26/11 ਜਿਹੜਾ ਆ ਉਹ ਬਹੁਤ ਹੀ ਇੱਕ ਯਾਦਗਾਰ ਤਰੀਕ ਹੋ ਨਿਬੜੀ ਹੈ। ਮਿੱਠੇ ਤੇ ਕੌੜੇ ਤਜਰਬੇ ਇਹਦੇ ਨਾਲ ਜੁੜੇ ਹੋਏ ਨੇ। ਕਿਸਾਨ ਅੰਦੋਲਨ ਉਹਦੇ ਵਿੱਚੋਂ ਸਭ ਤੋਂ ਕੌੜੇ ਤਜਰਬਿਆਂ ਦੇ ਵਜੋਂ ਹੀ ਯਾਦ ਕੀਤਾ ਜਾਂਦਾ, ਜੇਕਰ ਮੋਦੀ ਸਾਹਿਬ ਨੇ ਇਹਨੂੰ ਰੱਦ ਨਾ ਕਰ ਲਿਆ ਜਾਂਦਾ। ਇਹਦੀ ਅਪੀਲ ਜਿਹੜੀ ਆ ਉਹ ਨਾ ਮੰਨ ਲਈ ਜਾਂਦੀ, ਤੇ ਜਿੱਦਾਂ ਤੁਸੀਂ ਕਿਹਾ ਕਿ ਰੀਪੀਲ ਦਾ ਜਿਹੜਾ ਪ੍ਰੋਸੈਸ ਆ ਉਹ ਨਾ ਸਟਾਰਟ ਹੋ ਗਿਆ ਜੀ। ਫੇਰ ਵੀ ਜੇਕਰ ਅਸੀਂ ਉਹਨੂੰ ਦੂਜੇ ਪਾਸਿਓਂ ਦੇਖੀਏ ਤੇ ਇਹ ਬਹੁਤ ਹੀ ਸੰਘਰਸ਼ਮਈ 1 ਸਾਲ, ਬਹੁਤ ਹੀ ਕੌੜੇ ਤਜਰਬਿਆਂ ਵਾਲਾ 1 ਸਾਲ ਰਹੇਗਾ। ਇਹਦੇ ਉੱਤੇ ਬਹੁਤ ਸਾਰੀਆਂ ਚਿੰਤਨ, ਬਹੁਤ ਸਾਰਾ ਮੰਥਨ, ਬਹੁਤ ਸਾਰੀਆਂ ਡਿਗਰੀਆਂ, ਬਹੁਤ ਸਾਰੀਆਂ ਕਿਤਾਬਾਂ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਦੇਖਣ ਨੂੰ ਮਿਲਣਗੀਆਂ। ਸੰਵਿਧਾਨ ਲਾਗੂ ਹੋਇਆ ਤੇ ਭਾਰਤ ਇੱਕ ਗਣਤੰਤਰ ਦੇਸ਼ ਬਣਿਆ, ਜਿੱਥੇ ਇੱਕ ਪ੍ਰਥਾ ਬਣੀ, ਇੱਕ ਸਿਸਟਮ ਬਣਿਆ, ਇੱਕ ਸਰਕਾਰ ਦੇ ਚੁਣਨ ਦੀਆਂ ਪ੍ਰਕਿਰਿਆਵਾਂ ਜਿਹੜੀਆਂ ਉਹ ਲਿਖੀਆਂ ਗਈਆਂ, ਤੇ ਆਜ਼ਾਦੀ ਤੋਂ ਪਹਿਲਾਂ ਦੇ ਲੋਕ ਜਿਹੜੇ ਸੀ, ਜਿਹੜੇ ਆਜ਼ਾਦੀ ਲਈ ਨਿੱਠ ਕੇ ਲੜੇ ਸਨ, ਉਹਨਾਂ ਦਾ ਇੱਕ ਜਿਹੜਾ ਸੁਪਨਾ ਸੀ ਉਹ ਸਾਕਾਰ ਹੋਇਆ। ਸੰਵਿਧਾਨ ਦੇ ਤਹਿਤ ਰਹਿ ਕੇ ਹੀ ਬਹੁਤ ਸਾਰੇ, ਕਹਿ ਲਓ ਸਾਰੇ ਦੇ ਸਾਰੇ ਕੰਮ ਕੀਤੇ ਗਏ, ਪਰ ਉਸ ਸੰਵਿਧਾਨ ਨੂੰ ਜਿਸ ਤਰੀਕੇ ਦੇ ਨਾਲ ਪਿਛਲੇ ਸਮੇਂ ਦੇ ਵਿੱਚ ਸਰਕਾਰਾਂ ਵੱਲੋਂ ਆਪਣੀ ਮਰਜ਼ੀ ਮੁਤਾਬਕ ਬਦਲਿਆ ਗਿਆ, ਜਾਂ ਇਦਾਂ ਕਹਿ ਲਓ ਕਿ ਉਹਨੂੰ ਆਪਣੀ ਮਰਜ਼ੀ ਦੇ ਨਾਲ ਉਹਦਾ ਅਨੁਵਾਦ ਕੀਤਾ ਗਿਆ, ਉਹਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਸੰਸਥਾਵਾਂ ਸੀ ਉਹਨਾਂ ਦੇ ਮੋੜ ਦੂਸਰੇ ਪਾਸੇ ਨੂੰ ਨੱਕੇ ਮੋੜ ਦਿੱਤੇ ਗਏ ਤਾਂ ਜੋ ਉਹ ਉਹਨਾਂ ਦਾ ਫਾਇਦਾ ਲੈ ਸਕਣ। ਫਿਰ ਉਹ ਜਿਹੜੇ ਧੜੀ ਜਾਂ ਅਣਗਿਣਤ ਕੇਸ ਅਦਾਲਤਾਂ ਵਿੱਚ ਚਲੇ ਗਏ। ਉਦੋਂ ਦੇਖ ਕੇ ਲੱਗਦਾ ਕਿ ਸੰਵਿਧਾਨ ਨਿਰਮਾਤਾਵਾਂ ਨੇ ਜਦੋਂ ਸੰਵਿਧਾਨ ਤੇ ਬਣਾਇਆ, ਪਰ ਉਹਦੇ 'ਚ ਬਹੁਤ ਸਾਰੀਆਂ ਜਿਹੜੀਆਂ ਕਮੀਆਂ ਜਾਂ ਬਹੁਤ ਸਾਰੀਆਂ ਊਣਤਾਈਆਂ ਉਹ ਰਹਿ ਗਈਆਂ। ਇਹਨੂੰ ਤੁਸੀਂ ਜਿੱਦਾਂ ਮਰਜ਼ੀ ਇਹਦਾ ਵਿਸਤਾਰ ਰੱਖ ਲਓ, ਜਿੱਦਾਂ ਇਹਨੂੰ ਮਰਜ਼ੀ ਸਮਝ ਲਓ, ਪਰ ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਅਜਿਹੀਆਂ ਨੇ ਜਿਹੜੀਆਂ ਵਕਤ ਤੇ ਸਮੇਂ ਦੀਆਂ ਸਰਕਾਰਾਂ ਨੇ ਜਾਂ ਸੱਤਾਧਾਰੀ ਧਿਰਾਂ ਨੇ ਆਪਣੇ ਅਨੁਕੂਲ ਵਰਤ ਲਈਆਂ। ਬਿਲਕੁਲ ਇਸੇ ਤਰੀਕੇ ਨਾਲ ਹੀ ਇਹ 3 ਕਾਨੂੰਨ ਵੀ ਬਣੇ। ਹਾਲੇ ਤੱਕ ਵੀ ਸੁਪਰੀਮ ਕੋਰਟ ਦੇ ਵਿੱਚ ਇਹਦੇ ਨਾਲ ਸੰਬੰਧਿਤ ਕੇਸ ਪੈਂਡਿੰਗ ਨੇ, ਜਿੱਥੇ ਇਹ ਕਿਹਾ ਜਾਂਦਾ ਹੈ ਕਿ ਖੇਤੀ ਨਾਲ ਜੁੜੇ ਹੋਏ ਕਾਨੂੰਨ ਬਣਾਉਣ ਦਾ ਜਿਹੜਾ ਅਧਿਕਾਰ ਆ ਉਹ ਕਿਸਾਨ ਨੂੰ ਹੈ, ਪਰ ਉਹਨਾਂ ਨੇ ਉਹਦੀ ਇੱਕ ਜਿਹੜੀ ਮੱਦ ਆ ਉਹ ਦੂਜੇ ਤਰੀਕੇ ਵਰਤ ਲਈ ਕਿ ਇਹ ਟ੍ਰੇਡ ਨਾਲ ਜੁੜੇ ਹੋਏ ਕਾਨੂੰਨ ਨੇ, ਇਹ ਤਾਂ ਮੰਡੀ ਨਾਲ ਜੁੜੇ ਹੋਏ ਕਾਨੂੰਨ ਨੇ। ਪਰ ਅਸੀਂ ਜਾਣਦੇ ਹਾਂ ਸਾਰੇ ਕਿ ਇਹ ਜੇਕਰ ਮੰਡੀ ਨਾਲ ਜੁੜੇ ਹੋਏ ਕਾਨੂੰਨ ਹੁੰਦੇ
ਤਾਂ ਫਿਰ ਕਿਸਾਨਾਂ ਦੀ MSP ਵਾਲਾ ਜਿਹੜਾ ਕਾਨੂੰਨ ਸੀ ਉਹ ਕਿਸੇ ਮੰਡੀ ਨਾਲ ਜੁੜਿਆ ਹੋਇਆ ਨਹੀਂ ਸੀ। ਬਿਲਕੁਲ। ਉਹਦੇ ਉੱਤੇ ਸਭ ਤੋਂ ਪਹਿਲਾਂ ਗੱਲ ਕਰ ਲਈ ਜਾਂਦੀ, ਫਿਰ ਜੇਕਰ ਇਹ ਕਾਨੂੰਨ ਬਣਾ ਵੀ ਦਿੱਤੇ ਜਾਂਦੇ ਤੇ ਕਿਸਾਨਾਂ ਨੂੰ ਉਹਦੇ ਨਾਲ ਪੂਰਾ ਫਰਕ ਨਹੀਂ ਸੀ ਪੈਣਾ। ਜਿਹੜਾ ਮਰਜ਼ੀ ਖਰੀਦੇ, ਜਿਹੜਾ ਮਰਜ਼ੀ ਸਟੋਰ ਕਰੇ, ਕਿਸਾਨ ਨੂੰ ਉਹਦੀ ਲਾਗਤ ਮਿਲਣੀ ਚਾਹੀਦੀ ਹੈ। ਪਰ ਉਹ ਜਦੋਂ ਉਸ ਗੱਲ ਤੇ ਨਹੀਂ ਸੀ ਆਉਂਦੇ ਤਾਂ ਫਿਰ ਉਹ ਜਿਹੜੀਆਂ ਕਹਾਣੀਆਂ ਬੁਣ ਕੇ ਇੱਧਰ ਉੱਧਰ ਲਿਆਂਦੀਆਂ ਗਈਆਂ ਉਹ ਸਾਰੀਆਂ ਸਾਡੇ ਸਾਹਮਣੇ ਨੇ। 1 ਸਾਲ ਅੱਜ ਪੂਰਾ ਹੋ ਗਿਆ। ਏਦਾਂ ਕਹਿ ਲਓ ਕਿ 26 ਨਵੰਬਰ ਨੂੰ ਉੱਥੇ ਪਹੁੰਚਣ ਤੋਂ ਅਗਲਾ ਸਾਲ ਸ਼ੁਰੂ ਹੋ ਗਿਆ, ਕਿਉਂਕਿ ਸਾਲ ਦੀ ਜੇ ਗੱਲ ਕਰੀਏ ਤੇ ਉਹ 1 ਦਿਨ ਪਹਿਲਾਂ ਪੂਰਾ ਹੋ ਜਾਂਦਾ ਜੀ। 25 ਨੂੰ ਖਤਮ ਹੋ ਗਿਆ। ਪਰ ਇਸ ਅੰਦੋਲਨ ਨੂੰ ਜਦੋਂ ਅਸੀਂ ਫਿਰ ਇਹਦਾ ਐਨਾਲਾਈਜ਼ ਕਰਨਾ ਹੋਵੇ ਜਾਂ 1 ਸਾਲ ਨੂੰ ਦੁਬਾਰਾ ਦੇਖਣਾ ਹੋਵੇ ਤੇ ਉਹਦੇ ਲਈ ਇਹ ਪ੍ਰੋਗਰਾਮ ਜਾਂ ਇਹਦਾ ਜਿਹੜਾ ਸਮਾਂ ਹੈ ਉਹਦੀ ਸੀਮਾ ਨਹੀਂ ਹੋਣੀ ਚਾਹੀਦੀ। ਫਿਰ ਅਸੀਂ ਵਧੀਆ ਗੱਲਾਂ, ਖੁੱਲੀਆਂ ਗੱਲਾਂ ਕਰ ਸਕਦੇ ਹਾਂ। ਪਰ ਜੇਕਰ ਫਿਰ ਵੀ ਅਸੀਂ ਇਸ ਸਾਲ ਨੂੰ, ਇਸ ਅੰਦੋਲਨ ਨੂੰ, ਉਹਦੇ ਕੁਝ ਪੁਆਇੰਟ ਹੀ ਦੇਖਣੇ ਹੋਣ ਤਾਂ ਸਭ ਤੋਂ ਪਹਿਲਾਂ ਜੂਨ 5 ਜਦੋਂ ਸਰਕਾਰ ਨੇ ਇਹ ਤਿੰਨੋਂ ਆਰਡੀਨੈਂਸ ਲੈ ਕੇ ਆਂਦੇ, ਉਹਦੀ ਜਿਹੜੀ ਗੱਲ ਆ ਉਹ ਸਾਹਮਣੇ ਆਉਂਦੀ ਆ। ਉਸ ਤੋਂ ਬਾਅਦ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਜਿਹੜੀਆਂ ਕਿ ਸਰਕਾਰ ਦੀਆਂ ਇਹਨਾਂ ਗੱਲਾਂ ਦੇ ਉੱਤੇ ਨਜ਼ਰ ਰੱਖਦੀਆਂ ਆ, ਚਾਹੇ ਉਹ ਰਾਜੇਵਾਲ ਸਾਹਿਬ ਨੇ, ਉਗਰਾਹਾਂ ਨੇ, ਡਾਕਟਰ ਦਰਸ਼ਨਪਾਲ ਨੇ ਜਾਂ ਹੋਰ ਵੀ ਲੋਕ ਜਿਹੜੇ ਖੇਤੀ ਨਾਲ ਜੁੜੀ ਹੋਈ ਹਰ ਕਾਨੂੰਨ ਦੇ ਉੱਤੇ ਨਜ਼ਰ ਰੱਖਦੇ ਨੇ, ਉਹਨਾਂ ਨੇ ਪੰਜਾਬ ਵਿੱਚ ਇਸ ਅੰਦੋਲਨ ਨੂੰ ਲਾਮਬੰਦ ਕਰਨਾ ਸ਼ੁਰੂ ਕੀਤਾ। ਫਿਰ ਘਟਨਾ ਜਿਹੜੀਆਂ ਉਹ ਵਾਪਰਦੀਆਂ ਗਈਆਂ। ਹਾਲਾਂਕਿ ਕਰੋਨਾ ਦਾ ਦੌਰ ਸੀ ਤੇ ਸਰਕਾਰ ਨੇ ਇਸ ਚੀਜ਼ ਦਾ ਲਾਹਾ ਵੀ ਲਿਆ ਸੀ, ਇਸ ਗੱਲ ਤੋਂ ਉਹ ਮੁਨਕਰ ਨਹੀਂ ਹੋ ਸਕਦੇ। ਫਿਰ ਘਟਨਾਵਾਂ ਜਿਹੜੀਆਂ ਸਤੰਬਰ 'ਚ ਆਉਂਦੀਆਂ ਨੇ, ਜਦੋਂ ਲੋਕ ਸਭਾ 'ਚ ਪਾਸ ਕਰ ਦਿੱਤੇ ਗਏ, ਰਾਜ ਸਭਾ 'ਚ ਪਾਸ ਕਰ ਦਿੱਤੇ ਗਏ ਤੇ ਫਿਰ ਰਾਸ਼ਟਰਪਤੀ ਵੱਲੋਂ ਵੀ ਉਹਨਾਂ ਕਾਨੂੰਨਾਂ ਨੂੰ ਪਾਸ ਕਰ ਦਿੱਤਾ ਗਿਆ। ਉੱਥੇ ਇੱਕ ਵੱਡੀ ਘਟਨਾ ਜਿਹੜੀ ਆ ਅੰਜਾਮ ਦਿੱਤੀ ਜਾਂਦੀ ਆ ਪੰਜਾਬ ਦੀ ਰਾਜਨੀਤੀ 'ਚ ਕਹਿ ਲਓ ਜਾਂ ਭਾਰਤ ਦੀ ਰਾਜਨੀਤੀ ਦੇ ਵਿੱਚ। ਅਟਲ ਬਿਹਾਰੀ ਵਾਜਪੇਈ ਦੇ ਟਾਈਮ ਦੇ ਉੱਤੇ ਜਿਹੜਾ ਇੱਕ ਸਮਝੌਤਾ ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਹੋਇਆ ਸੀ, ਉਹ ਸਮਝੌਤਾ ਜਿਹੜਾ ਆ ਉਹ ਟੁੱਟ ਜਾਂਦਾ ਤੇ ਅਕਾਲੀ ਦਲ ਦੀ ਇੱਕਮਾਤਰ ਮਿਨਿਸਟਰ ਜਿਹੜੀ ਮੋਦੀ ਕੈਬਨਿਟ ਸੀ ਉਹ ਅਸਤੀਫਾ ਦੇ ਦਿੰਦੇ ਆ। ਇਹਨੂੰ ਵੀ ਇਸ ਅੰਦੋਲਨ ਦੀ ਵਜ੍ਹਾ ਨਾਲ ਹੀ ਇਹ ਸਾਰਾ ਕੁਝ ਹੋਇਆ, ਨਹੀਂ ਤਾਂ ਇਹਨੂੰ ਉਹ 9 ਮਾਸ ਦੀ ਜਿਹੜੀ ਗੱਲ ਦੱਸਦੇ ਸੀ। ਉਸ ਤੋਂ ਬਾਅਦ ਨਵੰਬਰ ਦੀ ਗੱਲ ਆ ਜਾਂਦੀ ਆ ਕਿ ਜਦੋਂ ਕਿ ਇਸ ਅੰਦੋਲਨ ਨੇ ਦਿੱਲੀ ਵੱਲ ਤੁਰਨਾ ਸ਼ੁਰੂ ਕੀਤਾ। ਫਿਰ ਇਹ ਸਾਰਾ ਸੰਘਰਸ਼ ਜਿਹੜਾ ਆ ਉਹ 25-26 ਨਵੰਬਰ ਦਾ ਜਿਹਦਾ ਇਹ ਸਾਲ ਮਨਾ ਰਹੇ ਆ, ਉਹ ਵੀ ਇਸੇ ਅੰਦੋਲਨ ਦੇ ਮਤਹਿਤ ਜਿਹੜਾ ਆ ਉਹ ਸਾਰਾ ਕੁਝ ਭੁਗਤਿਆ। ਫਿਰ ਹਰਿਆਣੇ ਦੀ ਇਸ ਅੰਦੋਲਨ 'ਚ ਸ਼ਮੂਲੀਅਤ ਹੁੰਦੀ ਹੈ। ਫਿਰ ਆਉਂਦਾ ਹੈ ਜੀ ਉਹ 26 ਨਵੰਬਰ ਤੋਂ ਲੈ ਕੇ 22 ਜਨਵਰੀ ਤੱਕ ਜਿਹੜੇ ਉਹ 2 ਮਹੀਨੇ ਦਾ ਟਾਈਮ ਹੈ, ਉਹਦੇ 'ਚ ਜਿਹੜੀ 11 ਦੌਰ ਦੀ ਮੁਲਾਕਾਤ ਹੈ, ਜਿਹਦੇ 'ਚ ਸਭ ਤੋਂ ਵੱਡੀਆਂ ਘਟਨਾਵਾਂ ਜਿਹੜੀਆਂ ਨੇ ਉਹ ਨੇ ਜਦੋਂ ਕਿਸਾਨ ਇਸੇ ਦੇਸ਼ ਦੇ ਬਸ਼ਿੰਦੇ ਮੀਟਿੰਗ ਕਰਨ ਲਈ ਜਾਂਦੇ ਨੇ, ਪਰ ਭੋਜਨ ਜਿਹੜਾ ਆ ਉਹ ਆਪਣਾ ਭੁੰਜੇ ਫਰਸ਼ ਤੇ ਬੈਠ ਕੇ ਛਕਦੇ ਨੇ। ਉਸ ਘਟਨਾ ਨੇ ਵੀ ਇਸ ਅੰਦੋਲਨ ਨੂੰ ਇੱਕ ਨਵਾਂ ਰੂਪ ਜਿਹੜਾ ਆ ਉਹ ਦਿੱਤਾ। 22 ਜਨਵਰੀ ਦੀ ਆਖਰੀ ਮੁਲਾਕਾਤ ਤੋਂ ਬਾਅਦ ਸਰਕਾਰ ਨੇ ਕਹਿ ਦਿੱਤਾ ਕਿ ਅਸੀਂ ਤੁਹਾਡੇ ਨਾਲ ਕੋਈ ਗੱਲ ਨਹੀਂ ਕਰਨੀ, ਤਦ ਕਰਾਂਗੇ ਜੇਕਰ ਤੁਸੀਂ ਸਾਡੀ ਜਿਹੜੀ ਆ ਮੰਗ ਜਿਹੜੀ ਆ ਉਹ ਮੰਨ ਲਓਗੇ। ਇਹ ਬਿਲਕੁਲ ਇੱਕ ਉਲਟੀ ਗੱਲ ਸੀ। ਮੰਗਾਂ ਕਿਸਾਨਾਂ ਦੀਆਂ ਨੇ, ਅੰਦੋਲਨ ਕਿਸਾਨਾਂ ਦਾ ਹੈ ਤੇ ਸਰਕਾਰ ਕਹਿ ਰਹੀ ਹੈ ਕਿ ਅਸੀਂ ਗੱਲ ਤੁਹਾਡੇ ਨਾਲ ਤਾਂ ਕਰਨੀ ਹੈ ਜੇ ਤੁਸੀਂ ਸਾਡੀ ਸ਼ਰਤ ਮੰਨ ਲਓ ਕਿ ਅਸੀਂ ਇਹ ਕਾਨੂੰਨ ਜਿਹੜੇ ਆ ਰਿਪੀਲ ਨਹੀਂ ਕਰਨੇ। ਇਸ ਸਾਰੇ ਸਮੇਂ ਦੌਰਾਨ ਤੁਸੀਂ ਅਖਬਾਰ ਚੱਕ ਲਓ, ਗੂਗਲ ਕਰ ਲਓ, ਚਾਹੇ ਤੁਸੀਂ ਟੈਲੀਵਿਜ਼ਨ ਤੋਂ, YouTube ਤੋਂ ਪੁਰਾਣੀਆਂ ਵੀਡੀਓਜ਼ ਦੇਖ ਲਓ, ਸਾਰੇ ਹੀ BJP ਦੇ ਲੋਕ ਇੱਕੋ ਹੀ ਗੱਲ ਕਹਿੰਦੇ ਸੀ, ਕਾਨੂੰਨ ਵਾਪਸ ਨਹੀਂ ਹੋਣੇ। ਕਾਨੂੰਨ ਜਿਹੜੇ ਨੇ ਕਿਸਾਨਾਂ ਦੇ ਹਿੱਤ 'ਚ ਨੇ। ਪਰ ਇਹ ਜਿਹੜੇ ਜਥੇਬੰਦੀਆਂ ਦੇ ਲੋਕ ਲੀਡਰਾਂ ਨੂੰ ਮਿਲਦੇ ਸੀ, ਉਹਨਾਂ ਨੇ ਇਹ ਗੱਲ ਦੱਸੀ ਕਿ ਉਹਨਾਂ ਨੇ ਇਹ ਗੱਲ, ਜਿਹੜੇ ਲੀਡਰ ਸੀ, ਚਾਹੇ ਉਹ ਤੋਮਰ ਸਾਹਿਬ ਸੀ, ਚਾਹੇ ਅਮਿਤ ਸ਼ਾਹ ਨਾਲ ਇੱਕ ਮੁਲਾਕਾਤ ਸੀ, ਚਾਹੇ ਉਹ ਪਿਊਸ਼ ਗੋਇਲ ਸੀ, ਚਾਹੇ ਉਹ ਸੋਮ ਪ੍ਰਕਾਸ਼ ਸੀ ਤੇ ਚਾਹੇ ਉਹਨਾਂ ਦੇ ਸੈਕਟਰੀ, ਅੰਡਰ ਸੈਕਟਰੀ, IAS ਆਫਿਸਰ ਸੀ, ਉਹ ਸਾਰੇ ਹੀ ਕਹਿੰਦੇ ਸੀ ਕਿ ਤੁਹਾਡੀਆਂ ਸਾਰੀਆਂ ਗੱਲਾਂ ਠੀਕ ਨੇ, ਪਰ ਸਾਡੀ ਇੱਜ਼ਤ ਜਿਹੜੀ ਆ ਰੱਖ ਲਓ, ਇਸ ਖਾਲੀ ਡੱਬੇ ਨੂੰ ਰਹਿਣ ਦਿਓ, ਵਿੱਚੋਂ ਸਾਰਾ ਕੁਝ ਹੀ ਉਹ ਕੱਢ ਦਿੰਦੇ ਆ। ਇਸ ਦੇ ਨਾਲ ਦੀ ਨਾਲ ਜਿਹੜੀਆਂ ਘਟਨਾਵਾਂ ਹੋਰ ਹਰਪ੍ਰੀਤ ਜੀ ਵਾਪਰੀਆਂ, ਉਹ ਸੀਗੀਆਂ ਇਸ ਅੰਦੋਲਨ ਨੂੰ ਅੰਤਰਰਾਸ਼ਟਰੀ ਪ੍ਰਸਿੱਧੀ ਮਿਲਣੀ। ਚਾਹੇ ਉਹ ਰਿਹਾਨਾ ਪੌਪ ਸਟਾਰ ਹੋਵੇ, ਚਾਹੇ ਉਹ ਪੌਰਨ ਸਟਾਰ ਹੋਵੇ, ਚਾਹੇ ਉਹ ਗ੍ਰੇਟਾ ਥਨਬਰਗ ਹੋਵੇ, ਜਿਹੜੇ ਕਿ ਵਾਤਾਵਰਣ ਲਈ ਇੰਗਲੈਂਡ ਤੋਂ ਕੰਮ ਕਰਦੇ ਨੇ। ਉਹਨਾਂ ਨੇ ਜਦੋਂ ਇਸ ਅੰਦੋਲਨ ਨੂੰ ਸਮਰਥਨ ਦਿੱਤਾ ਤੇ ਫਿਰ ਇਸ ਅੰਦੋਲਨ ਨੂੰ ਖੰਭ ਜਿਹੜੇ ਲੱਗੇ, ਸਾਰੀ ਦੁਨੀਆ ਦੇ ਵਿੱਚ ਇਹ ਅੰਦੋਲਨ ਫੈਲਿਆ। ਹਾਲਾਂਕਿ ਇਸ ਅੰਦੋਲਨ ਨੂੰ ਅੰਤਰਰਾਸ਼ਟਰੀ ਕਰਨ ਲਈ
ਪੰਜਾਬ ਦੇ ਲੋਕ ਜਿਹੜੇ NRI ਪੰਜਾਬੀ ਨੇ ਉਹਨਾਂ ਦਾ ਵੀ ਵੱਡਾ ਯੋਗਦਾਨ ਰਿਹਾ। ਬਿਲਕੁਲ ਉਹਨਾਂ ਨੇ ਦੁਨੀਆ ਦੀਆਂ ਵੱਖ-ਵੱਖ ਐਮਬੈਸੀਜ਼ ਦੇ ਅੱਗੇ, ਦੁਨੀਆ ਦੇ ਵੱਡੇ-ਵੱਡੇ ਦਫ਼ਤਰਾਂ ਦੇ ਅੱਗੇ, UNO ਦੇ ਅੱਗੇ ਆਪਣੇ ਇਸ ਅੰਦੋਲਨ ਨੂੰ ਲੈ ਕੇ ਉੱਥੇ ਮੁਜ਼ਾਹਰੇ ਕੀਤੇ, ਪ੍ਰਦਰਸ਼ਨ ਕੀਤੇ, ਜਿਹਦਾ ਅਸਰ ਸਾਰੀ ਦੁਨੀਆ ਦੇ ਵਿੱਚ ਦੇਖਣ ਨੂੰ ਮਿਲਿਆ। ਫਿਰ ਇੱਕ ਦਿਨ 400 ਤੋਂ ਵੀ ਵੱਧ ਅਮਰੀਕਾ ਦੇ ਵਿਸ਼ੇਸ਼ ਲੋਕਾਂ ਨੇ, ਖਾਸ ਲੋਕ ਜਿਹੜੇ ਖੇਤੀ ਨਾਲ ਜੁੜੇ ਹੋਏ ਸੀ, ਉਹਨਾਂ ਨੇ ਵੀ ਆਪਣੀ ਚਿੱਠੀ ਜਾਰੀ ਕਰਕੇ ਜਾਂ ਪ੍ਰੈਸ ਕਾਨਫਰੰਸ ਕਰਕੇ ਇਸ ਅੰਦੋਲਨ ਦਾ ਸਮਰਥਨ ਕੀਤਾ। ਤੋਂ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਵੀ, ਚਾਹੇ ਉਹ ਆਸਟ੍ਰੇਲੀਆ ਦੀ ਸੰਸਦ ਸੀ, ਚਾਹੇ ਉਹ ਬ੍ਰਿਟੇਨ ਦੀ ਸੰਸਦ ਸੀ, ਤੇ ਚਾਹੇ ਉਹ ਦੁਨੀਆ ਦੀਆਂ ਹੋਰ ਵੱਖ-ਵੱਖ ਸੀਗੀਆਂ ਘਟਨਾਵਾਂ, ਦੁਨੀਆ ਦੀਆਂ ਵੱਖ-ਵੱਖ ਏਜੰਸੀਆਂ ਨੇ ਇਸ ਅੰਦੋਲਨ ਨੂੰ ਜਿਹੜੀ ਇੱਕ ਵੱਖਰੀ ਪ੍ਰੋੜਤਾ ਦਿੱਤੀ, ਇਹਦਾ ਸਮਰਥਨ ਕੀਤਾ। ਤੁਸੀਂ ਹਜੇ ਜਿਹੜੀ ਗੱਲ ਕਰ ਰਹੇ ਸੀ, ਸਾਰਾ ਦੱਸ ਰਹੇ ਸੀ, ਉਹ ਹਜੇ ਮੈਨੂੰ ਲੱਗਦਾ 6 ਕੁ ਮਹੀਨੇ ਲੰਘੇ, 6 ਕੁ ਮਹੀਨੇ ਹਜੇ ਬਾਕੀ ਨੇ। ਬਿਲਕੁਲ ਜੀ, ਗੱਲ ਹੀ ਇਸ ਤਰ੍ਹਾਂ ਹੈ ਕਿ ਇੱਕ ਸਾਲ ਨੂੰ ਤੁਸੀਂ 10-15 ਨੁਕਤਿਆਂ ਦੇ ਵਿੱਚ ਸਮੇਟ ਨਹੀਂ ਸਕਦੇ, ਪਰ ਫਿਰ ਵੀ ਜਿੱਦਾਂ ਅਸੀਂ ਗੱਲ ਕਰਦੇ ਹਾਂ, ਕੁਝ ਧਾਰਮਿਕ ਕਿਤਾਬਾਂ ਨੂੰ ਪੜ੍ਹਦੇ ਹਾਂ ਤੇ ਉਹਦਾ ਜਿਹੜਾ ਕਰਕਸ ਆ ਉਹ ਕੁਝ ਕੁ ਲਾਈਨਾਂ ਦਾ ਹੀ ਨਿਕਲ ਕੇ ਸਾਹਮਣੇ ਆ ਜਾਂਦਾ, ਜਿਹਦੇ ਨਾਲ ਅਸੀਂ ਉਹਨਾਂ ਚੀਜ਼ਾਂ ਨੂੰ ਸਮਝ ਸਕਦੇ ਹਾਂ। ਬਿਲਕੁਲ ਅੰਤਰਰਾਸ਼ਟਰੀ ਪ੍ਰਸਿੱਧੀ ਦੀ ਅਸੀਂ ਗੱਲ ਕਰਦੇ ਸੀ। ਉਸ ਤੋਂ ਬਾਅਦ ਜਿਹੜੀ 26 ਜਨਵਰੀ ਦੀ ਘਟਨਾ ਆ, ਉਸ ਨੂੰ ਵੀ ਇਸ ਅੰਦੋਲਨ ਦੇ ਵਿੱਚੋਂ ਬਾਹਰ ਨਹੀਂ ਕੀਤਾ ਜਾ ਸਕਦਾ। ਉਹ ਇੱਕ ਬਹੁਤ ਹੀ ਵੱਡੀ ਘਟਨਾ ਸੀ। ਹਾਲਾਂਕਿ ਉਸ ਤੋਂ ਵੀ ਪਹਿਲਾਂ ਕੁਝ ਇੱਕ ਧਾਰਮਿਕ ਵੱਡੀ ਸ਼ਖਸੀਅਤ ਸੀ, ਇੱਕ ਸੰਤ ਸੀ, ਉਹਨਾਂ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਸੀ। ਇਹੋ ਜਿਹੀਆਂ ਘਟਨਾਵਾਂ ਵੀ ਹੋਈਆਂ। ਉਹਦੇ ਨਾਲ ਇੱਕ ਵਕੀਲ ਸੀ, ਉਹਨਾਂ ਨੇ ਵੀ ਆਪਣੀ ਜਿਹੜੀ ਹੱਤਿਆ ਆਪ ਹੀ ਕਰ ਲਈ ਸੀ ਇਸ ਅੰਦੋਲਨ ਦੇ ਚੱਲਦਿਆਂ, ਤੇ ਕੁਝ ਹੋਰ ਕਿਸਾਨਾਂ ਨੇ ਵੀ ਉੱਥੋਂ ਨਿਰਾਸ਼ ਹੋ ਕੇ ਜਿਹੜੀ ਸੀ ਆਪਣੀ ਜੀਵਨ ਲੀਲਾ ਖਤਮ ਕੀਤੀ। ਤੇ ਉੱਥੋਂ ਫਿਰ ਕਿਸਾਨ ਅੰਦੋਲਨ ਦੇ ਆਗੂਆਂ ਨੂੰ ਵੀ ਇਹ ਗੱਲ ਕਹਿਣੀ ਪਈ ਕਿ ਸਾਨੂੰ ਇਦਾਂ ਨਿਰਾਸ਼ ਨਹੀਂ ਹੋਣਾ ਚਾਹੀਦਾ, ਅਸੀਂ ਚੜ੍ਹਦੀ ਕਲਾ ਦੇ ਲੋਕ ਹਾਂ ਤੇ ਅਸੀਂ ਇੱਕ ਸੰਘਰਸ਼ ਵੱਲ ਹਾਂ, ਤੇ ਸੰਘਰਸ਼ ਸਾਨੂੰ ਕਦੀ ਵੀ ਮੌਤ ਦਾ ਰਸਤਾ ਜਿਹੜਾ ਆ ਉਹ ਨਹੀਂ ਦਿਖਾਉਂਦਾ। ਪਰ ਹਰਪ੍ਰੀਤ ਜੀ, ਮੈਨੂੰ ਹੁਣ ਇੱਕ ਗੱਲ ਯਾਦ ਆਈ, ਜਦੋਂ ਅਸੀਂ ਇਸ ਅੰਦੋਲਨ ਨੂੰ ਦੇਖਣ ਪਹਿਲੀ ਵਾਰ ਗਏ ਸੀ ਤੇ ਅਸੀਂ ਜਿੰਨੇ ਕੁ ਭਾਵੁਕ ਹੋਏ ਸੀ, ਜਿੰਨੇ ਕੁ ਨਿਰਾਸ਼ ਹੋਏ ਸੀ, ਪਰ ਉੱਥੇ ਦੇ ਲੋਕਾਂ ਨੂੰ ਮਿਲ ਕੇ ਇਦਾਂ ਲੱਗਦਾ ਸੀਗਾ ਕਿ ਯਾਰ ਸਾਨੂੰ ਨਿਰਾਸ਼ਾ ਆ, ਅਸੀਂ ਭਾਵੁਕ ਆ, ਅਸੀਂ ਅੱਖਾਂ ਜਿਹੜੀਆਂ ਸਾਡੀਆਂ ਭਿੱਜ ਰਹੀਆਂ, ਗਿੱਲੀਆਂ ਹੋ ਰਹੀਆਂ, ਪਰ ਉਹ ਲੋਕ ਵੱਖਰੀ ਦੁਨੀਆ ਦੇ ਵਿੱਚ ਨੇ ਤੇ ਉਹ ਚੜ੍ਹਦੀ ਕਲਾ 'ਚ ਨੇ। ਫਿਰ ਜਦੋਂ ਅਸੀਂ ਕੁਝ ਮਿੰਟ ਜਾਂ ਕੁਝ ਸਮਾਂ ਉੱਥੇ ਬਿਤਾਇਆ ਤੇ ਫਿਰ ਲੱਗਿਆ ਕਿ ਜਿਹੜੀ ਸੰਘਰਸ਼ ਆ, ਜਿਹੜੀ ਜ਼ਿੰਦਗੀ ਆ, ਉਹ ਇਦਾਂ ਹੀ ਚੱਲਦੀ ਆ, ਸਾਰਾ ਕੁਝ ਰਵਾਂ ਰਵੀਂ ਹੀ ਨਹੀਂ ਚੱਲਦਾ, ਬਹੁਤ ਵਾਰ ਉੱਬੜ ਖਾਬੜ ਰਸਤੇ ਵੀ ਆਉਂਦੇ ਨੇ। ਬਿਲਕੁਲ। ਸੋ ਅਸੀਂ ਗੱਲ ਕਰਦੇ ਸੀ 26 ਜਨਵਰੀ ਦੀ। 26 ਜਨਵਰੀ ਦੀ ਪਰੇਡ ਦੇ ਜਿਸ ਤਰ੍ਹਾਂ ਦੇ ਇੰਤਜ਼ਾਮ ਦਿੱਲੀ ਦੇ ਵਿੱਚ ਅਸੀਂ ਦੇਖੇ ਸੀ, ਉਸ ਦਿਨ ਲੋਕਾਂ ਨੇ ਜੋ ਤਿਆਰੀਆਂ ਕੀਤੀਆਂ ਹੋਈਆਂ ਸੀ ਕਿਸਾਨਾਂ ਦੀ ਪਰੇਡ ਦੀਆਂ, ਉਹਨਾਂ ਦੇ ਆਓ ਭਗਤ ਦੀਆਂ, ਉਹਨਾਂ ਦੇ ਖਾਣ ਪੀਣ ਲਈ ਤੇ ਉਹਨਾਂ ਦੇ ਉੱਤੇ ਫੁੱਲਾਂ ਦੀ ਵਰਖਾ ਤੱਕ ਦਾ ਇੰਤਜ਼ਾਮ ਜਿਹੜਾ ਸੀ, ਪਰ ਉੱਥੋਂ ਦਿੱਲੀ ਸਰਕਾਰ ਦਾ ਇੰਤਜ਼ਾਮ ਕਹਿ ਲਓ ਜਾਂ ਦਿੱਲੀ ਦੀ ਜਿਹੜੀ ਪੁਲਿਸ ਆ, ਉਹ ਜਿਹੜੀ ਕਿ ਸੈਂਟਰ ਗਵਰਨਮੈਂਟ ਦੇ ਅੰਡਰ ਆ, ਉਹਨੇ ਉਸ ਅੰਦੋਲਨ ਨੂੰ ਜਿਸ ਤਰੀਕੇ ਨਾਲ ਉਲਝਾਇਆ ਤੇ ਉਹ ਲਾਲ ਕਿਲੇ ਤੱਕ ਪਹੁੰਚਾਇਆ, ਉਹਦੇ ਵਿੱਚ ਕੁਝ ਹੋਰ ਸ਼ਖਸੀਅਤਾਂ ਸ਼ਾਮਲ ਸੀ ਜਿਹੜੀਆਂ ਹੁਣ ਲੱਭਿਆ ਵੀ ਨਹੀਂ ਲੱਭਦੀਆਂ ਕਿ ਉਹ ਕਿੱਥੇ ਆ। ਉਸ ਘਟਨਾ ਤੋਂ ਬਾਅਦ ਅਗਲੇ ਦਿਨ ਲੱਗਦਾ ਸੀ ਕਿ ਹੁਣ ਅੰਦੋਲਨ ਜਿਹੜਾ ਆ ਉਹਨੂੰ ਇੱਕ ਵੱਡਾ ਡੈਂਟ ਪਵੇਗਾ। ਪਰ ਇਸ ਮਾਮਲੇ ਦੇ ਵਿੱਚ ਸਲੂਟ ਕਰਨਾ ਬਣਦਾ ਆ ਉਹਨਾਂ ਲੀਡਰਾਂ ਨੂੰ ਜਿਹੜੇ ਇਸ ਅੰਦੋਲਨ ਨੂੰ ਲੀਡ ਕਰ ਰਹੇ ਸੀ। ਬਿਲਕੁਲ, ਬੜੇ ਸਬਰ ਨਾਲ ਉਹਨਾਂ ਨੇ ਉਸ ਅੰਦੋਲਨ ਤੋਂ ਬਾਅਦ ਮੌਨ ਵਰਤ ਵੀ ਰੱਖਿਆ, ਵਰਤ ਵੀ ਰੱਖੇ, ਤੇ ਅਗਲੇ ਹੀ ਦਿਨ ਉਸ ਅੰਦੋਲਨ ਨੂੰ ਫਿਰ ਤੋਂ ਖੜਾ ਕਰ ਦਿੱਤਾ। ਭਾਵੇਂ ਕਿ ਉੱਥੇ ਇੰਟਰਨੈਟ ਦੀਆਂ ਫੈਸਿਲਿਟੀਆਂ ਬੰਦ ਕੀਤੀਆਂ ਗਈਆਂ, ਹੋਰ ਬਹੁਤ ਕੁਝ ਕੀਤਾ ਗਿਆ। ਰਾਜਨੀਤਿਕ ਪੱਧਰ ਦੇ ਉੱਤੇ ਬੀਜੇਪੀ ਦੇ ਲੋਕਾਂ ਨੇ ਵੀ ਆ ਕੇ ਅੰਦੋਲਨ ਦੇ ਉੱਤੇ ਰੌਲਾ ਪਾਉਣ ਦੀ ਵੀ ਗੱਲ ਕੀਤੀ। ਫਿਰ ਉਸ ਅੰਦੋਲਨ ਦੇ ਵਿੱਚ ਜਿੱਦਾਂ ਪੰਜਾਬ ਤੋਂ ਬਾਅਦ ਹਰਿਆਣਾ ਤੇ ਉਸ ਤੋਂ ਬਾਅਦ ਫਿਰ ਉਦੈ ਹੁੰਦਾ ਆ ਉਸ ਅੰਦੋਲਨ ਦੇ ਵਿੱਚ ਦੋ ਹੰਝੂਆਂ ਵਾਲੇ ਟਕੈਤ ਸਾਹਿਬ ਦਾ। ਪੁਲਿਸ ਆ ਚੁੱਕੀ ਸੀ ਤੇ ਟਕੈਤ ਸਾਹਿਬ ਨੂੰ ਉਹ ਜਗ੍ਹਾ ਜਿਹੜੀ ਖਾਲੀ ਕਰਨ ਦੀ ਜਿਹੜੀ ਸਮਾਂ ਦੇ ਦਿੱਤਾ ਗਿਆ ਸੀਗਾ ਕਿ ਤੁਸੀਂ ਇੱਥੋਂ ਉੱਠ ਜਾਓ ਜਾਂ ਤੁਹਾਡੀ ਗ੍ਰਿਫਤਾਰੀ ਹੋਵੇਗੀ। ਉਹਨਾਂ ਦਾ ਜਯੰਤ ਚੌਧਰੀ ਨਾਲ ਇੱਕ ਟੈਲੀਫੋਨ ਤੇ ਉਹਨਾਂ ਆਪਣੇ ਲੋਕਾਂ ਨੂੰ ਕਹਿਣਾ ਕਿ ਇੱਥੇ ਆਓ ਜਲਦੀ। ਉਹ 26 ਤੋਂ ਬਾਅਦ 27-28 ਦੀ ਤਰੀਕ ਨੂੰ ਅੰਦੋਲਨ ਜਿਹੜਾ ਆ ਉਹ ਇੱਕ ਵੱਖਰੇ ਤਰੀਕੇ ਦਾ ਰੰਗ ਫੜ ਗਿਆ ਤੇ ਅੱਗੇ ਨਾਲੋਂ ਵੀ ਹੋਰ ਵੱਡਾ ਹੋ ਗਿਆ। ਪੰਜਾਬ ਸੀ, ਉਹਦੇ ਵਿੱਚ ਹਰਿਆਣਾ ਸੀ, ਯੂਪੀ ਪਹਿਲਾਂ ਵੀ ਸ਼ਾਮਲ ਸੀ, ਬਾਰਡਰ ਪਹਿਲਾਂ ਵੀ ਬੰਦ ਸੀ, ਪਰ ਉਸ ਦਿਨ ਤੋਂ ਬਾਅਦ ਅੰਦੋਲਨ ਨੂੰ ਇੱਕ ਨਵੀਂ ਊਰਜਾ ਮਿਲੀ। ਉਸ ਤੋਂ ਬਾਅਦ ਫਿਰ ਸਮਾਂ ਆਉਂਦਾ ਹੈ ਜੀ ਜਦੋਂ ਇਲੈਕਸ਼ਨਸ ਦਾ ਦੌਰ ਆ ਗਿਆ। ਬੰਗਾਲ ਦੀਆਂ ਇਲੈਕਸ਼ਨ, ਅਸਾਮ ਦੀਆਂ ਇਲੈਕਸ਼ਨ, ਤਾਮਿਲਨਾਡੂ ਦੀਆਂ ਇਲੈਕਸ਼ਨ, ਤੇ ਬੰਗਾਲ ਨੂੰ ਲੈ ਕੇ ਜਿਸ ਤਰ੍ਹਾਂ ਦੀ ਬੀਜੇਪੀ ਦੀ ਤਿਆਰੀ ਸੀ, ਚੋਣਾਂ ਤੋਂ 1 ਸਾਲ ਪਹਿਲਾਂ ਹੀ ਇਦਾਂ ਲੱਗਦਾ ਸੀ ਜਿੱਦਾਂ ਬੰਗਾਲ ਦੇ ਵਿੱਚ ਬੀਜੇਪੀ ਨੇ ਦੂਜੀਆਂ ਪਾਰਟੀਆਂ ਦੇ ਵਿੱਚ ਕੋਈ ਆਗੂ ਹੀ ਨਹੀਂ ਛੱਡਣਾ। ਰੋਜ਼ ਅਖਬਾਰ 'ਚ ਖਬਰ ਹੁੰਦੀ ਸੀ, ਅੱਜ 4 MLA ਆ ਗਏ, ਅੱਜ MP ਆ ਗਏ, ਅੱਜ ਆ ਗਿਆ, ਅੱਜ ਇਸ ਪਾਰਟੀ ਦਾ ਲੀਡਰ ਆ ਗਿਆ, ਅੱਜ ਇਸ ਪਾਰਟੀ ਦਾ ਲੀਡਰ ਆ ਗਿਆ।
ਪਰ ਫਿਰ ਬੰਗਾਲ ਦੇ ਵਿੱਚ ਜਿਹੜੀ ਵੋਟ ਤੇ ਚੋਟ ਹੋਈ ਤੇ ਮਮਤਾ ਬੈਨਰਜੀ ਨੇ ਜਿਸ ਕਦਰ ਲੜਾਈ ਲੜੀ, ਉਹ ਵੀ ਇਸ ਅੰਦੋਲਨ ਦੀ ਜਿਹੜੀ ਆ ਇੱਕ ਵੱਡੀ ਘਟਨਾ ਹੋ ਨਿਬੜੀ। ਨਾਲ ਦੀ ਨਾਲ ਇਸ ਅੰਦੋਲਨ ਦੇ ਦੌਰਾਨ ਹੀ ਹਰਿਆਣੇ ਦੇ ਵਿੱਚ ਤੇ ਮੁਲਕ ਦੇ ਦੂਜੇ ਹਿੱਸਿਆਂ ਦੇ ਵਿੱਚ ਕਿਸਾਨਾਂ ਦਾ ਘੁੰਮਣਾ, ਕਿਸਾਨ ਮਹਾਪੰਚਾਇਤਾਂ ਦਾ ਹੋਣਾ, ਤੇ ਇੱਕ ਹੋਰ ਵੱਡਾ ਪੁਆਇੰਟ ਜਿਹੜਾ ਹੋ ਨਿਬੜਿਆ ਇਸ ਅੰਦੋਲਨ ਦਾ, ਉਹ ਸੀ ਇਸੇ ਅੰਦੋਲਨ ਦੌਰਾਨ ਸਾਰੇ ਦੇਸ਼ ਦੇ ਵਿੱਚ ਬੀਜੇਪੀ ਦੇ ਸਾਰੇ ਹੀ ਆਗੂਆਂ ਦਾ ਵਿਰੋਧ ਹੋਣਾ। ਨਰਿੰਦਰ ਸਿੰਘ ਤੋਮਰ ਜਿਨ੍ਹਾਂ ਨੂੰ ਮੱਧ ਪ੍ਰਦੇਸ਼ ਤੋਂ ਜਿਹੜੇ ਆਉਂਦੇ ਨੇ, ਉਹਨਾਂ ਨੂੰ ਵੀ ਉੱਥੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਹਰਿਆਣੇ ਦਾ ਤਾਂ ਕੋਈ ਐਮਐਲਏ, ਕੋਈ ਐਮਪੀ ਬਚਿਆ ਹੀ ਨਹੀਂ ਜਿਹੜਾ ਇਸ ਸਰਕਾਰ ਦੇ ਵਿੱਚ ਸ਼ਾਮਲ ਸੀ, ਹਰਿਆਣੇ ਦੀ ਸਰਕਾਰ ਦੇ ਵਿੱਚ, ਤੇ ਜਿਹਦਾ ਵਿਰੋਧ ਨਾ ਹੋਇਆ ਹੋਵੇ। ਉੱਥੋਂ ਦੇ ਮੁੱਖ ਮੰਤਰੀ, ਉਪ ਮੁੱਖ ਮੰਤਰੀ ਨੂੰ ਹੈਲੀਕਾਪਟਰ ਦੇ ਵਿੱਚ ਹੀ ਕਈ ਵਾਰ ਵਾਪਸ ਮੁੜਨਾ ਪਿਆ। ਪੰਜਾਬ ਦੇ ਕੁਝ ਬੀਜੇਪੀ ਦੇ ਐਮਐਲਏਸ ਦੀ ਕੁੱਟਮਾਰ ਵੀ ਹੋਈ ਤੇ ਇਹਨਾਂ ਨੂੰ ਇੱਕ ਦੋ ਵਾਰ ਨਹੀਂ, ਬਹੁਤ ਵਾਰ ਘਰੋਂ ਬਾਹਰ ਨਹੀਂ ਨਿਕਲਣ ਦਿੱਤਾ ਗਿਆ। ਕਈਆਂ ਦੇ ਘਰਾਂ ਅੱਗੇ ਕੂੜਾ ਸੁੱਟ ਦਿੱਤਾ ਗਿਆ, ਕਿਸੇ ਦੇ ਘਰ ਅੱਗੇ ਗੋਹਾ ਸੁੱਟ ਦਿੱਤਾ ਗਿਆ। ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਹੋਈਆਂ ਜਿਹੜੀਆਂ ਇਸ ਅੰਦੋਲਨ ਦੇ ਵਿੱਚ ਹਮੇਸ਼ਾ ਯਾਦ ਰਹਿਣਗੀਆਂ। ਉਸ ਤੋਂ ਬਾਅਦ ਜੇਕਰ ਅਸੀਂ ਦੇਖੀਏ ਤੇ ਜਿਹੜੀਆਂ ਦੋ ਵੱਡੀਆਂ ਘਟਨਾਵਾਂ ਹੋਈਆਂ ਹਰਪ੍ਰੀਤ ਜੀ, ਉਹ ਸੀ ਇੱਕ ਤਾਂ ਲਖੀਮਪੁਰ ਖੀਰੀ ਵਾਲੀ ਘਟਨਾ, ਜਦੋਂ ਕਿਸਾਨ ਉੱਥੇ ਯੂਪੀ ਦੇ ਵਿੱਚ ਇੱਕ ਵੱਡਾ ਸਮਾਰੋਹ ਸੀ, ਉਹਦਾ ਵਿਰੋਧ ਕਰਦੇ ਸੀ ਤੇ ਉੱਥੇ ਉਹਨਾਂ ਨੂੰ ਗੱਡੀ ਦੇ ਹੇਠਾਂ ਦੇ ਕੇ ਮਾਰ ਦਿੱਤਾ ਗਿਆ। ਹਾਲਾਂਕਿ ਦੂਸਰੇ ਪਾਸੇ ਤੋਂ ਵੀ ਕੁਝ ਲੋਕਾਂ ਦੇ ਮਰਨ ਦੀ ਖਬਰ ਆਈ, ਪਰ ਉਸ ਘਟਨਾ ਨੇ, ਲਖੀਮਪੁਰ ਖੀਰੀ ਵਾਲੀ ਘਟਨਾ ਨੇ ਵੀ ਬੀਜੇਪੀ ਨੂੰ ਬਹੁਤ ਜ਼ਿਆਦਾ ਸ਼ਰਮਸਾਰ ਕੀਤਾ ਤੇ ਇਸ ਅੰਦੋਲਨ ਨੂੰ ਇੱਕ ਵਾਰ ਫਿਰ ਪਹਿਲੀਆਂ ਸਫਾਂ ਦੇ ਵਿੱਚ ਲੈ ਕੇ ਆਉਣ ਵਾਲੀ ਉਹ ਘਟਨਾ ਜਿਹੜੀ ਬਣੀ। ਹਾਲਾਂਕਿ ਉਹ ਅੱਜ ਇਸ ਅੰਦੋਲਨ ਦਾ ਸਾਲ ਹੋ ਗਿਆ। 19 ਤਰੀਕ ਨੂੰ ਪ੍ਰਧਾਨ ਮੰਤਰੀ ਸਾਹਿਬ ਨੇ ਉਹ ਤਿੰਨੋਂ ਕਾਨੂੰਨ ਰੱਦ ਕਰਨ ਦੀ ਗੱਲ ਵੀ ਮੰਨ ਲਈ, ਪਰ ਦੇਖੋ ਜਿਸ ਦਿਨ ਇਹ ਅੰਦੋਲਨ ਸ਼ੁਰੂ ਹੁੰਦਾ ਉਸ ਦਿਨ ਉਹ 3 ਕਾਨੂੰਨਾਂ ਦੀ ਗੱਲ ਸੀ। ਬਾਅਦ ਵਿੱਚ ਕਰਦਿਆਂ ਕਰਦਿਆਂ ਉਹਦੇ ਚ MSP ਵੀ ਆ ਕੇ ਜੁੜ ਗਈ ਤੇ ਅੱਜ ਉਸ ਘਟਨਾ ਦਾ ਜ਼ਿਕਰ ਇਸ ਕਦਰ ਆ ਕਿ ਉਸ ਘਟਨਾ ਨਾਲ ਜੁੜੇ ਹੋਏ ਜਿਹੜੇ ਗ੍ਰਹਿ ਰਾਜ ਮੰਤਰੀ ਨੇ, ਉਹਨਾਂ ਨੂੰ ਕੈਬਨਿਟ ਚੋਂ ਬਾਹਰ ਕੱਢਣਾ ਤੇ ਉਸ ਕੇਸ ਦੇ ਵਿੱਚ ਦੋਸ਼ੀ ਰੱਖ ਕੇ ਉਹਨਾਂ ਦੇ ਉੱਤੇ ਜਾਂਚ ਕਰਨਾ ਤੇ ਉਹਨਾਂ ਨੂੰ ਗ੍ਰਿਫਤਾਰ ਕਰਨਾ ਵੀ ਕਿਸਾਨ ਅੰਦੋਲਨ ਦੀ ਵੱਡੀ ਮੰਗ ਬਣੀ ਹੋਈ ਹੈ। ਉਸ ਤੋਂ ਬਾਅਦ ਇੱਕ ਹੋਰ ਘਟਨਾ ਹਰਪ੍ਰੀਤ ਜੀ ਜਿਹੜੀ ਬਹੁਤ ਅਹਿਮ ਰਹੀ ਆ, ਸਵੇਰੇ ਸਵੇਰੇ ਹੀ ਬੈਰੀਕੇਡ ਤੇ ਲਟਕਦੇ ਹੋਏ ਇੱਕ ਜ਼ਿੰਦਾ ਲਾਸ਼ ਦੀ ਵੀ ਸੀ। ਥੋੜੀ ਦੇਰ ਪਹਿਲਾਂ ਉਹ ਜ਼ਿੰਦਾ ਸੀ, ਪਰ ਦੇਖਦਿਆਂ ਹੀ ਉਹ ਬੰਦਾ ਮ੍ਰਿਤਕ ਹੋ ਜਾਂਦਾ। ਉਹ ਇਸ ਅੰਦੋਲਨ ਨੂੰ ਮੇਰੀ ਸਮਝ ਦੇ ਵਿੱਚ, ਮੇਰੀ ਨਜ਼ਰ ਦੇ ਵਿੱਚ ਇਸ ਅੰਦੋਲਨ ਦੀ ਸਭ ਤੋਂ ਕੋਝੀ ਘਟਨਾ ਸੀ। ਉਹਦੇ ਕਾਰਨ ਕੁਛ ਵੀ ਹੋਣ, ਉਹਦੇ ਜਵਾਬ ਕੁਛ ਵੀ ਹੋਣ, ਉਹਦਾ ਬਾਅਦ ਵਿੱਚ ਉਹਦੇ ਲਈ ਜੋ ਕੁਛ ਵੀ ਕੀਤਾ ਗਿਆ ਹੋਵੇ, ਉਹ ਕਰਨ ਵਾਲੇ ਲੋਕ ਬਾਅਦ ਵਿੱਚ ਫਿਰ ਕਿਸੇ ਹੋਰ ਪਾਰਟੀ ਦੇ ਵਿੱਚ ਜਾਂ ਕਿਸੇ ਹੋਰ ਲੋਕਾਂ ਨਾਲ, ਇਸੇ ਅੰਦੋਲਨ ਦੇ ਵਿੱਚ ਸਭ ਤੋਂ ਵੱਡੇ ਸਿਆਸੀ ਚਿਹਰੇ ਨਰਿੰਦਰ ਸਿੰਘ ਤੋਮਰ ਨਾਲ ਵੀ ਉਹਨਾਂ ਦੀਆਂ ਫੋਟੋਗ੍ਰਾਫ ਬਾਅਦ ਵਿੱਚ ਦਿਖੀਆਂ, ਪਰ ਇੱਕ ਵਿਅਕਤੀਗਤ ਤੌਰ ਤੇ ਮੇਰੇ ਨਜ਼ਰੀਏ ਦੇ ਵਿੱਚ ਉਹ ਸਭ ਤੋਂ ਜਿਹੜੀ ਕੋਝੀ ਤਸਵੀਰ ਸੀ ਉਹ ਇਸ ਅੰਦੋਲਨ ਦੀ। ਤੇ ਉਸ ਤੋਂ ਬਾਅਦ ਫਿਰ ਇੱਕ ਚੰਗਾ ਦਿਨ ਆਇਆ, ਗੁਰਪੁਰਬ ਸੀ। ਅਸੀਂ ਸਾਰੇ ਸਵੇਰੇ ਗੁਰਪੁਰਬ ਦੀਆਂ ਹਾਲੇ ਗੱਲਾਂ ਹੀ ਕਰਦੇ ਸੀ ਤੇ ਜਦੋਂ ਅਚਾਨਕ ਪ੍ਰਧਾਨ ਮੰਤਰੀ ਸਾਹਿਬ ਆਪਣੀ ਤਬੀਅਤ ਦੇ ਅਨੁਸਾਰ, ਅਕਸਰ ਉਹ ਅਚਾਨਕ ਹੀ ਆਉਂਦੇ ਨੇ, ਪੇਸ਼ ਹੁੰਦੇ ਨੇ ਤੇ 3 ਕਾਨੂੰਨਾਂ ਨੂੰ ਵਾਪਸ ਲੈਣ ਦੀ ਗੱਲ ਜਿਹੜੀ ਆ ਉਹ ਕਰਦੇ ਨੇ। ਤੇ ਹੁਣ ਅਸੀਂ ਜਾਣਦੇ ਹਾਂ ਕਿ 29 ਤਰੀਕ ਨੂੰ ਆਉਣ ਵਾਲੇ 2 ਦਿਨਾਂ ਬਾਅਦ ਸੰਸਦ ਦਾ ਜਿਹੜਾ ਸਰਦ ਰੁੱਤ ਦਾ ਸੈਸ਼ਨ ਹੈ ਸ਼ੁਰੂ ਹੋ ਰਿਹਾ ਤੇ ਪਹਿਲੇ ਦਿਨ ਦੀ ਕਾਰਵਾਈ ਦੇ ਵਿੱਚ ਇਹ ਚੀਜ਼ ਐਨਾਲਿਸਟ ਹੋ ਗਈ ਆ ਕਿ ਇਹ 3 ਕਾਨੂੰਨ ਜਿਹੜੇ ਆ ਉਹ ਰੱਦ ਕਰ ਦਿੱਤੇ ਜਾਣੇ ਨੇ। ਕਾਨੂੰਨ ਰੱਦ ਹੋਣੇ ਚਾਹੀਦੇ ਨੇ ਤੇ ਕੈਬਨਿਟ ਦੇ ਵਿੱਚ ਇਹ ਵੀ ਗੱਲ ਕਹੀ ਗਈ ਆ ਕਿ ਇੱਕ ਕਮੇਟੀ ਜਿਹੜੀ ਆ ਬਣਾ ਦਿੱਤੀ ਜਾਵੇਗੀ ਜਿਹਦੇ ਵਿੱਚ ਕਿਸਾਨਾਂ ਦੇ ਆਗੂ ਵੀ ਸ਼ਾਮਲ ਹੋਣਗੇ, ਜਿਹੜੀ MSP ਦੇ ਉੱਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਫੈਸਲਾ ਕਰ ਸਕੇਗੀ। ਇਸ ਅੰਦੋਲਨ ਨੂੰ ਇਸ ਸਦੀ ਦੀ ਇੱਕ ਵੱਡੀ ਘਟਨਾ ਦੇ ਤੌਰ ਤੇ ਯਾਦ ਕੀਤਾ ਜਾਵੇਗਾ। ਏਕਤਾ ਦੀ ਜਿੱਤ ਹੁੰਦੀ ਆ ਜਦੋਂ ਤੁਸੀਂ ਸਹੀ ਨਿਸ਼ਾਨੇ ਦੀ ਪ੍ਰਾਪਤੀ ਲਈ ਇਕੱਠੇ ਹੋ ਕੇ ਯਤਨ ਕਰਦੇ ਆ ਤੇ ਫਿਰ ਇੱਕ ਵਾਰ ਉਹ ਗੱਲ ਸਾਹਮਣੇ ਆਉਂਦੀ ਆ ਜਿਹੜੀ ਰਾਜੇਵਾਲ ਸਾਹਿਬ ਨੇ ਕਿਹਾ ਸੀ ਕਿ ਜੇਕਰ ਅਸੀਂ ਸ਼ਾਂਤਮਈ ਰਹਾਂਗੇ ਤਾਂ ਅਸੀਂ ਜਿੱਤਾਂਗੇ, ਨਹੀਂ ਤਾਂ ਮੋਦੀ ਜਿੱਤੇਗਾ। ਇਸ ਗੱਲ ਨੂੰ ਤੁਸੀਂ 2020 ਦੇ ਵਿੱਚ ਵੀ ਦੇਖ ਸਕਦੇ ਆ, 21 ਚ ਵੀ ਦੇਖ ਸਕਦੇ ਆ ਤੇ ਤੁਸੀਂ ਇਹਨੂੰ 1920 ਚ ਵੀ ਦੇਖ ਸਕਦੇ ਆ, ਜਦੋਂ ਮਹਾਤਮਾ ਗਾਂਧੀ ਨੇ ਕਿਹਾ ਸੀ ਕਿ ਹਿੰਸਾ ਜਿਹੜੀ ਆ ਉਹ ਮਾੜੀ ਚੀਜ਼ ਆ ਤੇ ਹਿੰਸਾਤਮਕ ਅੰਦੋਲਨ ਜਿਹੜੇ ਆ ਉਹ ਦੁਨੀਆ ਨੂੰ ਬਦਲ ਵੀ ਸਕਦੇ ਨੇ ਤੇ ਜਿੱਤ ਵੀ ਸਕਦੇ।